ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਹੀ ਗੁਰਮੁਖ ਵਿਦਵਾਨ ਗੁਰਮੁਖਾਂ ਨੂੰ ਦਾਸ ਮਨਜੀਤ ਸਿੰਘ ਗੁਰੂ ਕੀ ਵਡਾਲੀ ਦੀ ਗੁਰਫਤਿਹ ਪ੍ਰਵਾਨ ਹੋਵੇ ਜੀ। ਸੋ ਪਿਆਰਿਓ, ਆਓ ਸ੍ਰੀ ਆਸਾ ਜੀ ਦੀ ਵਾਰ ਦੀ ਚੱਲ ਰਹੀ ਵਿਚਾਰ 8ਵੀਂ ਪੌੜੀ ਦੇ ਸ਼ਲੋਕ ਦੀ ਵਿਚਾਰ ਕਰਾਂਗੇ। ਸੋ ਆਓ ਪਹਿਲਾਂ ਸਤਿਗੁਰੂ ਜੀ ਦਾ ਪਾਵਨ ਸ਼ਲੋਕ ਸਰਵਣ ਕਰ ਲਈਏ। ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਿਖਿਆਨ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂ। ਦੀਪਾਂ ਲੋਆਂ ਮੰਡਲਾਂ, ਖੰਡਾਂ ਵਰ ਪੰਡਾਂ। ਅੰਡਜ ਜੇਰਜ ਉਤਪਜਾਂ, ਖਾਣੀ ਸੇ ਤਾਜਾਂ। ਸੋ ਮਿਤ ਜਾਣੈ ਨਾਨਕਾ, ਸਰਾਂ ਮੇਰਾ ਜਨਤਾ। ਨਾਨਕ ਜੰਤ ਉਪਾਇ ਕੈ, ਸੰਭਾਲਹਿ ਸਭਨਾ। ਜਿਨ ਕਰਨ ਕਰਤੇ ਕਰਣਾ ਕੀਆ, ਚਿੰਤਾ ਭੇ ਕਰਣੀ ਤਾਹ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਤਿਸ ਜੁਹਾਰੀ ਸਵਸਤ, ਤਿਸ ਦੇ ਬਾਣ ਅਭਗ। ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤਗ। ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਸਮੂਹ ਵਿਦਵਾਨ ਸੱਜਣ ਅਤੇ ਸਾਧ ਸੰਗਤ, ਆਓ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਸਾ ਜੀ ਦੀ ਵਾਰ ਦੇ 8ਵੀਂ ਪੌੜੀ ਦੇ ਸ਼ਲੋਕ, ਜਿਸ ਦੀ ਆਪਾਂ ਵਿਚਾਰ ਕਰਨੀ ਹੈ। ਸਤਿਗੁਰੂ ਜੀ ਨੇ ਇਹਦੇ ਵਿੱਚ ਦੋ ਸ਼ਬਦ ਪ੍ਰਿੰਸੀਪਲ ਦੇ ਰੂਪ ਵਿੱਚ ਵਰਤੇ ਨੇ। ਪਹਿਲਾ ਹੈ ਸੋ ਮਿਤ ਜਾਣੇ ਨਾਨਕਾ, ਸਰਾ ਮੇਰਾ ਜਨਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ਲੋਕ ਦੇ ਅਖੀਰ ਤੇ ਕਹਿੰਦੇ ਨੇ, ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤਗ। ਇਹਨਾਂ ਦੋਵਾਂ ਹੀ ਸ਼ਬਦਾਂ ਨੂੰ ਕੇਂਦਰ ਬਣਾ ਕੇ ਇਸ ਤੋਂ ਪਹਿਲੀਆਂ 4 ਸਤਰਾਂ ਮਹਾਰਾਜ ਨੇ ਉਸ ਸਮੇਂ ਦੀ ਪਰਮਾਤਮਾ ਦੀ ਜਿਸ ਢੰਗ ਨਾਲ ਲੋਕ ਪੂਜਾ ਕਰਦੇ ਸਨ,
ਜਾਂ ਪੂਜਾ ਧਰਮੀ ਹੋਣ ਦਾ ਇੱਕ ਨਮੂਨਾ ਪੇਸ਼ ਕਰਦੇ ਸਨ। ਪਰਮਾਤਮਾ ਦੀ ਵਡਿਆਈ ਦੀ ਜਗ੍ਹਾ ਕੇਵਲ ਧਾਰਮਿਕ ਚਿੰਨ੍ਹਾਂ ਨੂੰ ਹੀ ਪਰਮਾਤਮਾ ਸਮਝਿਆ ਗਿਆ ਤੇ ਪਰਮਾਤਮਾ ਦੇ ਅਸਲੀ ਸਿਧਾਂਤਕ ਰੂਪ ਵਿੱਚ ਜਿਹੜੀ ਪੂਜਾ ਹੈ ਉਸ ਦੇ ਮੁਕਾਬਲੇ 'ਤੇ ਕਰਮ ਕਾਂਡ ਨੂੰ ਪਾਪੂਲਰ ਕੀਤਾ ਗਿਆ। ਇਸ ਲਈ ਸਾਹਿਬ ਨੇ ਵਿਚਾਰ ਵੀ ਦਿੱਤੀ ਹੈ ਕਿ ਧੋਤੀ ਅਤੇ ਟਿੱਕੇ ਦੀ ਪਹਿਚਾਣ ਕੇਵਲ ਧਰਮ ਰਹਿ ਗਈ। ਧੋਤੀ ਟਿੱਕਾ ਲਾਉਣ ਵਾਲਿਆਂ ਨੇ ਜਾਂ ਇਸ ਨੂੰ ਧਰਮ ਕਹਿਣ ਵਾਲਿਆਂ ਨੇ ਕੁਦਰਤ, ਪਰਮਾਤਮਾ ਜਾਂ ਪ੍ਰਕਿਰਤੀ ਦੇ ਸੰਬੰਧ ਵਿੱਚ ਕੁਝ ਗ੍ਰੰਥ ਵੀ ਲਿਖੇ ਤੇ ਉਹ ਸਾਰੇ ਹੀ ਕੇਵਲ ਅਨੁਮਾਨ 'ਤੇ ਆਧਾਰਿਤ ਸਨ। ਕੋਈ ਸਹੀ ਦਿਸ਼ਾ ਵਿੱਚ ਬਿਆਨ ਕੀਤਾ ਹੋਇਆ ਕੋਈ ਗਿਆਨ ਨਹੀਂ ਹੈ। ਜਿਵੇਂ ਪੁਰਾਣਕ ਪ੍ਰਸੰਗ ਨੇ, ਬ੍ਰਾਹਮਣਾਂ ਨੇ ਲਿਖੇ, ਇਸ ਵਾਸਤੇ ਇਹ ਭਰਮ ਪਾਉਣ ਦੇ ਕਾਰਨ ਬ੍ਰਾਹਮਣਾਂ ਦਾ ਰੋਜੀ ਰੋਟੀ ਦਾ ਦਾਨ ਦੇਣਾ, ਦਾਨ ਲੈਣ ਦਾ ਸਿਲਸਿਲਾ ਚੱਲਦਾ ਸੀ। ਅਨਪੜ੍ਹ ਲੋਕਾਈ ਨੇ ਜੋ ਬ੍ਰਾਹਮਣਾਂ ਨੇ ਆਖਿਆ ਉਹ ਮੰਨ ਲੈਣਾ, ਕੀਤਾ ਸਿਰ ਮੱਥੇ ਸਵੀਕਾਰ ਕੀਤਾ। ਤਾਂ ਸਾਹਿਬ ਕਹਿੰਦੇ ਜਿੱਥੇ ਬ੍ਰਾਹਮਣਾਂ ਨੇ ਆਪਣਾ ਉੱਲੂ ਸਿੱਧਾ ਕਰਨ ਦੇ ਵਾਸਤੇ ਧਰਮ ਗ੍ਰੰਥਾਂ ਵਿੱਚ ਭਰਮ ਠੋਸਣਾ ਕੀਤਾ, ਭਰਮ ਨੂੰ ਧਰਮ ਬਣਾ ਕੇ ਬਿਆਨ ਕੀਤਾ, ਦਾਨ ਦੇਣਾ, ਦਾਨ ਲੈਣਾ ਅਤੇ ਸਵਰਗ ਨਰਕ ਦੇ ਫੈਸਲੇ ਕਰਨੇ ਇਹ ਬ੍ਰਾਹਮਣਾਂ ਦੇ ਕੋਲ ਰਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਨੇ ਜ਼ਿਕਰ ਵੀ ਕੀਤਾ ਹੈ ਕਿ ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੂਕਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤ ਮੈਂ ਬੁਰਿਆਈ, ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰਹਿ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੇ ਨਾਹੀ, ਭਰਮੇ ਭੂਲਾ ਬਹੁਤੀ ਰਾਹੀ। ਕਬੀਰ ਸਾਹਿਬ ਨੂੰ ਇਹ ਸਖਤ ਬੋਲ ਗਹਿਣੇ ਪਏ। ਕਹਿੰਦੇ ਜੇ ਮੁਖ ਵੇਦ ਗਾਇਤਰੀ ਨਿਕਸੇ, ਸੋ ਕਿਉ ਬ੍ਰਾਹਮਣ ਬਿਸਰ ਕਰੇ, ਓਏ ਜਾਂ ਕੇ ਪਾਏ ਜਗਤ ਸਭ ਲਾਗੇ, ਸੋ ਕਿਉ ਪੰਡਤ ਧਰ ਨਾ ਕਹੇ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਜੇ ਬ੍ਰਾਹਮਣ ਮੂੰਹ ਤੋਂ ਹਰ ਨਹੀਂ ਕਹਿੰਦਾ, ਨਾਮ ਨਹੀਂ ਜਪਦਾ, ਉਸ ਦੀ ਧੋਤੀ ਤੇ ਟਿੱਕਾ ਹੀ ਧਰਮ ਦੀ ਪਹਿਚਾਣ ਹੈ। ਤੇ ਸਾਹਿਬ ਕਹਿੰਦੇ ਐਸੇ ਬ੍ਰਾਹਮਣ ਡੂਬੇ ਭਾਈ, ਨਿਰਪਰਾਧ ਚਿਤ ਮੈਂ ਬੁਰਿਆਈ। ਤਾਂ ਕਬੀਰ ਸਾਹਿਬ ਨੂੰ ਸਖਤ ਬੋਲ ਕਹਿਣੇ ਪਏ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹਿ, ਅਰਜ ਉਰਜ ਕੇ ਪਚ ਮੁਆ, ਚਾਰੋਂ ਵੇਦੋਂ ਮਾਹਿ। ਕਬੀਰ ਸਾਹਿਬ ਕਹਿੰਦੇ ਨੇ ਕਿ ਬ੍ਰਾਹਮਣ ਜਗਤ ਦਾ ਗੁਰੂ ਹੋ ਸਕਦਾ ਹੈ, ਪਰ ਭਗਤਾਂ ਦੀ ਦੁਨੀਆ ਜਿਨ੍ਹਾਂ ਦੇ ਪਾਸ ਗਿਆਨ ਹੈ, ਸਮਝ ਹੈ, ਸੂਝ ਹੈ, ਉਹਦੇ ਅੱਗੇ ਇਸ ਬ੍ਰਾਹਮਣ ਦਾ ਝੂਠ ਨਹੀਂ ਚੱਲ ਸਕਦਾ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਸ਼ਲੋਕ ਵਿੱਚ ਸਾਡੇ ਸਾਹਮਣੇ ਦੋ ਪ੍ਰਿੰਸੀਪਲ ਰੱਖ ਰਹੇ ਨੇ।
ਪਹਿਲਾ ਹੈ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਜਿਵੇਂ ਧਰਮ ਗ੍ਰੰਥ, ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਕੁਝ ਭਰਮ ਨੇ, ਤੇ ਉਸ ਦਾ ਜ਼ਿਕਰ ਗੁਰਬਾਣੀ ਦੇ ਵਿੱਚੋਂ ਵੀ ਹਵਾਲਿਆਂ ਦੇ ਰੂਪ ਵਿੱਚ ਮਿਲਦਾ ਹੈ। ਹਿੰਦੂ ਧਰਮ ਵਿੱਚ ਲਿਖਿਆ ਹੈ ਕਿ ਇੱਕ ਇੱਕ ਬਨਸਪਤੀ ਦਾ ਜੇ ਇੱਕ ਪੱਤਾ ਤੋੜ ਕੇ ਇਕੱਠਾ ਕੀਤਾ ਜਾਏ ਤੇ ਉਹਨਾਂ ਨਸਲਾਂ ਤੇ ਜਿਨਸਾਂ ਦੇ ਪੱਤਿਆਂ ਦਾ ਭਾਰ 18 ਭਾਰ ਬਣਦਾ। ਭਾਰ 18 ਮਾਲਣ ਤੇਰੀ, ਚੌਰ ਢੁਲੇ ਪਵਲੇ ਲੈ ਫੇਰੀ। ਗੁਰਬਾਣੀ ਦੇ ਅੰਦਰ ਵੀ ਇਹਨਾਂ ਹਵਾਲਿਆਂ ਦਾ ਜ਼ਿਕਰ ਆਉਂਦਾ ਕਿ ਪੁਰਾਣਾਂ ਦੇ ਵਿੱਚ ਇਹ ਅਨੁਮਾਨ, ਇਹ ਅੰਦਾਜ਼ੇ ਲਿਖੇ ਗਏ ਹਨ। ਤੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅੰਦਾਜ਼ੇ ਥੋਥੇ ਨੇ, ਝੂਠੇ ਨੇ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਸ਼ਲੋਕ ਮਹੱਲਾ ਪਹਿਲਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ। ਪੁਰਖਾਂ ਭਾਵ ਕਿ ਮਨੁੱਖਾਂ ਦਾ, ਜੀਵਾਂ ਦਾ ਅਨੁਮਾਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੱਸਦੇ ਨੇ ਕਿ ਭਾਈ ਤਰ੍ਹਾਂ ਤਰ੍ਹਾਂ ਦੇ ਇਹ ਅਨੁਮਾਨ ਲਾਉਣੇ ਸੰਸਾਰੀ ਮਨੁੱਖਾਂ, ਬਿਰਛਾਂ, ਤੀਰਥਾਂ, ਨਦੀਆਂ ਦੇ ਕਿਨਾਰਿਆਂ, ਬੱਦਲਾਂ ਤੇ ਖੇਤਾਂ ਦਾ ਜੋ ਅਨੁਮਾਨ ਲਾਉਂਦੇ ਹਨ। ਦੀਪਾਂ ਲੋਹਾਂ ਖੰਡ ਮੰਡਲਾਂ ਵੰਡਾਂ ਖੰਡਾਂ ਵਰ ਭੰਡਾ। ਦੀਪ, ਦੀਪ ਉਸ ਧਰਤੀ ਨੂੰ ਕਹਿੰਦੇ ਨੇ ਜਿਹੜੀ ਚਾਰ ਚਫੇਰੇ ਜਾਂ ਦੋ ਪਾਸਿਆਂ ਤੋਂ ਪਾਣੀ ਨਾਲ ਘਿਰੀ ਹੋਈ ਹੁੰਦੀ ਹੈ। ਲੋਹਾਂ ਦਾ ਅਰਥ ਹੈ ਲੋਕ। ਮੰਡਲ, ਮੰਡਲ ਕਹਿੰਦੇ ਗੋਲ ਆਕਾਰ ਨੂੰ। ਵੈਸੇ ਮੰਡਲ ਸ਼ਬਦ ਜਿਹਦੇ ਵਿੱਚ 12 ਰਾਜ ਰਾਜਿਆਂ ਦੇ ਆਉਂਦੇ ਸਨ, ਉਹਨਾਂ 12 ਰਾਜਿਆਂ ਦੇ ਰਾਜ ਨੂੰ ਇੱਕ ਮੰਡਲ ਆਖਿਆ ਜਾਂਦਾ ਸੀ। ਸੋ ਮੰਡਲ ਦਾ ਅਰਥ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਵੀ ਹੈ। ਤੋ ਸਾਹਿਬ ਕਹਿੰਦੇ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ। ਖੰਡ ਕਹਿੰਦੇ ਇੱਕ ਟੁਕੜਾ, ਵਰ ਭੰਡਾਂ ਤਾਂ ਸਾਹਿਬ ਜੀ ਕਹਿੰਦੇ ਨੇ ਭਾਵ ਕਿ ਵਰ ਭੰਡ ਦਾ ਅਰਥ ਹੈ ਭਾਰਤ ਖੰਡ, ਅਤੇ ਇਸ ਪੂਰੀ ਸ੍ਰਿਸ਼ਟੀ ਦੇ 7 ਦੀਪ ਮੰਨੇ ਗਏ ਹਨ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨਾਂ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ। ਸਪਤ ਦੀਪ, ਸਪਤ ਸਾਗਰਾ, ਨਵ ਖੰਡ, 4 ਵੇਦ, 10 ਅਸ਼ਟ ਪੁਰਾਣਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੀ ਵਿਸ਼ਾਲਤਾ ਤੇ ਉਸ ਦੀ ਰਚਨਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅੰਡਜ ਜੇ ਰਿਜ ਉਤਪੁਜਾਂ ਖਾਣੀ ਸੇ ਤਾ ਜਹਾਂ। ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜੀਤ ਤੋਂ ਪੈਦਾ ਹੋਣ ਵਾਲੇ, ਉਤਪਜਾਂ ਮਿੱਟੀ ਦੇ ਵਿੱਚੋਂ ਪੈਦਾ ਹੋਣ ਵਾਲੇ, ਤੇ ਸੇ ਤਜਾਂ ਸੇ ਤਜ ਮੁੜ ਕੇ ਤੋਂ ਪੈਦਾ ਹੋਣ ਵਾਲੀਆਂ ਜੂਆਂ ਆਦਿਕ, ਚਿੱਚੜ, ਜੋਕਾਂ ਆਦਿਕ। ਤਾਂ ਅੰਡਜ ਜੇਰਜ ਉਤਪੁਜਾਂ ਖਾਣੀ ਸੇ ਤਜਾਂ। ਸਾਹਿਬ ਕਹਿੰਦੇ ਨੇ ਇਹਨਾਂ ਦਾ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਉਹ ਵਾਹਿਗੁਰੂ ਪਰਮਾਤਮਾ ਹੀ ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਜਾਣਦਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਸਭ ਕਹਿੰਦੇ ਬਸੁਧ ਕਾਗਦ ਬਨਰਾਜ ਕਲਮਾਂ ਲਿਖਣ ਕੋ ਜੋ ਹੋਏ ਪਵਨ।
ਬੇਅੰਤ ਅੰਤ ਨਾ ਜਾਏ ਪਾਇਆ, ਗਹੀ ਨਾਨਕ ਚਰਨ ਸ਼ਰਨ। ਪਰਮਾਤਮਾ ਦੀ ਰਚਨਾ ਵਿੱਚ ਕਿਤਨੀ ਬਨਸਪਤੀ ਹੈ। ਜੇ ਉਹਨਾਂ ਬਨਸਪਤੀ ਦੀਆਂ ਕਲਮਾਂ ਘੜ ਕੇ ਸਮੁੰਦਰ ਦੀ ਸ਼ਾਹੀ ਬਣਾ ਕੇ ਵਾਹਿਗੁਰੂ ਪਰਮਾਤਮਾ ਦੇ ਰਤਨਾਂ ਤੇ ਉਹਦੇ ਗੁਣਾਂ ਦਾ ਅੰਦਾਜ਼ਾ ਪਾਉਣ ਦੀ ਕੋਸ਼ਿਸ਼ ਕਰੀਏ ਤੇ ਸਭ ਕਹਿੰਦੇ ਲਿਖਣ ਕੋ ਜੋ ਹੋਏ ਪਉਣ, ਬੇਅੰਤ ਅੰਤ ਨਾ ਜਾਏ ਪਰਿਆ, ਗਹੀ ਨਾਨਕ ਚਰਨ ਸ਼ਰਨ। ਉਸ ਦੀ ਬੇਅੰਤਤਾਈ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਾਣੀ ਨਾ ਜਾਈ ਤਾਂ ਕੀ ਗਾਥ, ਕਹਿ ਪੇਖਾਰੋਂ ਹਉ ਕਰ ਚਤੁਰਾਏ, ਬਿਸਮਨ ਬਿਸਮੈ ਕਹਿਨ ਕਹਾਤ। ਗਣ ਗੰਧਰਵ ਸਿੱਧ ਅਰ ਸਾਧਕ ਸੁਰ ਨਰ ਦੇਵ, ਬ੍ਰਹਮਾਦਿਕ ਚਤੁਰਵੇਦ ਉਚਰਤ ਦਿਨ ਰਾਤ, ਅਗਮ ਅਗਮ ਠਾਕੁਰ ਆਗਾਧ। ਗੁਣ ਬੇਅੰਤ ਬੇਅੰਤ ਭਨ ਨਾਨਕ, ਕਹਿ ਨਾ ਜਾਈ ਪਰੇ ਪਰਾਤ। ਇਸ ਲਈ ਪਰਮਾਤਮਾ ਦੀ ਰਚਨਾ ਦਾ ਅੰਦਾਜ਼ਾ ਲਾਉਣਾ ਜਾਂ ਅਨੁਮਾਨ ਲਾਉਣਾ ਬੜਾ ਮੁਸ਼ਕਿਲ ਹੈ। ਸੋ ਮਿਤ ਜਾਣੇ ਨਾਨਕਾ, ਸਰਾ ਮੇਰਾ ਜਨਤਾ। ਉਹ ਪਰਮਾਤਮਾ ਹੀ ਆਪਣੀ ਰਚਨਾ ਦਾ ਅੰਦਾਜ਼ਾ ਲਾਉਣਾ ਜਾਣਦਾ ਹੈ। ਕਿਤਨੇ ਉਸਨੇ ਸਰੋਵਰ ਬਣਾਏ ਨੇ, ਡੱਲਾਂ ਬਣਾਈਆਂ, ਝੀਲਾਂ ਬਣਾਈਆਂ, ਜੀਵ ਜੰਤ ਪੈਦਾ ਕੀਤੇ ਨੇ, ਇਸ ਦਾ ਅਨੁਮਾਨ ਉਹੀ ਜਾਣਦਾ ਹੈ। ਨਾਨਕ ਜਨ ਤੇ ਉਪਾਏ ਕੈ, ਸੰਭਾਲੇ ਸਭਨਾ। ਹੇ ਨਾਨਕ, ਸਾਰੇ ਜੀਵਾਂ ਨੂੰ ਪੈਦਾ ਕਰਕੇ ਪ੍ਰਭੂ ਆਪ ਹੀ ਉਹਨਾਂ ਦੀ ਪਾਲਣਾ ਵੀ ਕਰਦਾ ਹੈ, ਉਹਨਾਂ ਦੀ ਸੰਭਾਲ ਵੀ ਕਰਦਾ ਹੈ। ਜਿਨ ਕਰਤੇ ਕਰਣਾ ਕੀਆ, ਚਿੰਤਾ ਭੇ ਕਰਨੀ ਤਾਹ। ਜਿਸ ਪਰਮਾਤਮਾ ਨੇ, ਕਰਤਾਰ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਆਪੇ ਸੂਤ ਆਪੇ ਬਮਣੀਆਂ, ਕਰ ਸ਼ਕਤੀ ਜਗਤ ਪਰੋਏ। ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੇ ਟੈ ਢੇਰੀ ਹੋਏ। ਤਾਂ ਸਭ ਕਹਿੰਦੇ ਚਿੰਤਾ ਭੀ ਕਰਨੀ ਤਾ ਹੈ, ਉਹੀ ਇਸ ਦੀ ਚਿੰਤਾ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਫਿਕਰ ਵੀ ਉਸੇ ਨੂੰ ਹੀ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦੇ ਖਿਆਲ ਰੱਖਦਾ ਹੈ, ਫਿਕਰ ਰੱਖਦਾ ਹੈ, ਪਾਲਣਾ ਕਰਦਾ ਹੈ। ਤਿਸ ਜੁਹਾਰੀ ਸਵਸ ਤਿਸ, ਤਿਸ ਦੇ ਬਾਣ ਅਭਗ। ਤਿਸ ਜੁਹਾਰੀ, ਜੁਹਾਰੀ ਦਾ ਅਰਥ ਹੈ ਝੁੱਕ ਕੇ ਪ੍ਰਣਾਮ ਕਰਨਾ, ਜੁਹਾਰੀਆਂ ਕਰਨਾ। ਮੈਂ ਉਸ ਵਾਹਿਗੁਰੂ ਤੋਂ ਸਦਕੇ ਹਾਂ, ਉਸੇ ਦੀ ਹੀ ਜੈ ਜੈਕਾਰ ਆਖਦਾ ਹਾਂ। ਭਾਵ ਕਿ ਉਸੇ ਦੀ ਸਿਫਤ ਸਲਾਹ ਕਰਦਾ, ਉਸੇ ਦਾ ਆਸਰਾ ਜੀਵ ਵਾਸਤੇ ਅਟਲ ਆਸਰਾ ਹੈ। ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤੱਗ। ਤਾਂ ਸਭ ਕਹਿੰਦੇ ਨੇ, ਇਹ ਭਾਈ ਉਸ ਵਾਹਿਗੁਰੂ ਪਰਮਾਤਮਾ ਦੇ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ, ਯਾਦ ਰੱਖ ਇਹ ਮਸਤਕ ਵਿੱਚ ਲਾਇਆ ਹੋਇਆ ਟਿੱਕਾ ਤੇ ਗਲ ਵਿੱਚ ਪਿਆਇਆ ਹੋਇਆ ਜਨੇਊ, ਤੇੜ ਪਾਈ ਹੋਈ ਧੋਤੀ, ਇਹ ਤੇ ਨਿਰਾ ਕੇਵਲ ਭੇਖ ਹੈ, ਇਹ ਕਿਸੇ ਅਰਥ ਵਿੱਚ ਵੀ ਨਹੀਂ ਹੈ। ਇਸ ਵਾਸਤੇ ਸਾਹਿਬ ਕਹਿੰਦੀ, ਨਾਨਕ ਸੱਚੇ ਨਾਮ ਬਿਨ, ਕਿਆ ਟਿੱਕਾ ਕਿਆ ਤੱਗ। ਭਾਵ ਕਿ ਮਸਤਕ ਤੇ ਲਾਇਆ ਹੋਇਆ ਟਿੱਕਾ ਜਾਂ ਜਨੇਊ, ਇਹ ਸਮਝ ਲੈਣਾ ਕਿ ਅਸਲ ਇਹੀ ਧਰਮ ਹੈ। ਤਾਂ ਸਭ ਕਹਿੰਦੇ ਨੇ, ਨਾਨਕ ਸੱਚੇ ਨਾਮ ਬਿਨ, ਕਿਆ ਟਿੱਕਾ ਕਿਆ ਤੱਗ। ਫਿਰ ਟਿੱਕਾ ਜਾਂ ਗਲ ਵਿੱਚ ਪਾਇਆ ਹੋਇਆ ਜਨੇਊ ਕੋਈ ਅਹਿਮੀਅਤ ਨਹੀਂ ਰੱਖਦਾ। ਉਹ ਪਰਮਾਤਮਾ ਹੀ ਜਾਣਦਾ ਕਿ ਉਸਨੇ ਕਿਤਨੀਆਂ ਕਿਸਮਾਂ ਦੇ ਜੀਵ, ਪਹਾੜ, ਸਮੁੰਦਰ, ਨਦੀਆਂ, ਜੀਵ ਜੰਤੂ ਪੈਦਾ ਕੀਤੇ ਨੇ, ਅਤੇ ਜਿਸ ਨੇ ਪੈਦਾ ਕੀਤੇ ਨੇ ਉਹੀ ਆਪਣੀ ਪੈਦਾ ਕੀਤੀ ਹੋਈ ਲੋਕਾਈ ਨੂੰ ਜਾਣਦਾ ਹੈ ਕਿ ਉਸ ਦੀ ਅਹਿਮੀਅਤ, ਉਸ ਦੀ ਗਿਣਤੀ ਮਿਣਤੀ ਕਿਤਨੀ ਕੁ ਹੈ। ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼, ਕੀਤੇ ਵਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਤ,
ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼। ਤਾਂ ਸਾਹਿਬ ਜੀ ਕਹਿੰਦੇ ਨੇ ਉਸ ਦੀ ਕੁਦਰਤ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ, ਨਹੀਂ ਦੱਸਿਆ ਜਾ ਸਕਦਾ। ਇਸ ਲਈ ਸਾਹਿਬ ਕਹਿੰਦੇ ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ, ਤੂੰ ਜਲ ਨਿਧ ਤੂੰ ਫੇਨ ਬੁੱਧਬਦਾ, ਤੁਧ ਬਿਨ ਅਵਰ ਨਾ ਭਾਲੀਐ ਜੀਓ। ਮਹਿਮਾ ਨਾ ਜਾਣੇ ਵੇਦ, ਭਾਵ ਕਿ ਵੇਦ ਵੀ ਤੇਰੀ ਮਹਿਮਾ ਨੂੰ ਨਹੀਂ ਜਾਣਦੇ। ਕਲਾ ਉਪਾਏ ਧਰੀ ਜਿਨ ਧਰਣਾ, ਗਗਨ ਰਹਾਇਆ ਹੁਕਮੇ ਚਰਣਾ, ਅਗਨ ਉਪਾਏ ਈਂਦਨ ਮੈਂ ਬਾਧੀ, ਸੋ ਪ੍ਰਭ ਰਾਖੇ ਭਾਈ ਹੈ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਤੂੰ ਇਸ ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈ ਤੇ ਤੇਰਾ ਹੀ ਚਲਾਇਆ ਵਿਸ਼ਵ ਵਿਆਪੀ ਉਹ ਧਰਮ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੇ ਤੇਰੇ ਨਾਮ ਸਿਮਰਨ ਵਾਲ ਨਾਲ ਮਨੁੱਖ ਨਹੀਂ ਮੁੜਦਾ, ਕੇਵਲ ਧਰਮ ਦੇ ਚਿੰਨ੍ਹਾਂ ਨੂੰ ਹੀ ਧਰਮ ਬਿਆਨ ਕਰੀ ਜਾ ਰਿਹਾ ਹੈ, ਉਹ ਧੋਖੇ ਵਿੱਚ ਹੈ। ਤੇ ਜਿਹੜਾ ਉਸ ਦੇ ਮਗਰ ਲੱਗੇਗਾ, ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਕਬੀਰ ਸਾਹਿਬ ਜੀ ਵੀ ਕਹਿੰਦੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਅਰਜ ਉਰਜ ਕੇ ਪਚ ਮੁਆ, ਚਾਰੋਂ ਵੇਦੋਂ ਮਾਹੇ। ਇਸ ਲਈ ਇਹ ਗੱਲ ਠੀਕ ਹੈ ਕਿ ਆਦਿ ਕਾਲ ਦੇ ਵਿੱਚ ਬ੍ਰਾਹਮਣ ਦੇ ਕੋਲ ਵਿਦਿਆ ਦਾ ਗਿਆਨ ਸੀ, ਉਸ ਗਿਆਨ ਦੀ ਉਹਨੇ ਗਲਤ ਵਰਤੋਂ ਕੀਤੀ। ਕਈ ਤਰ੍ਹਾਂ ਦੇ ਧਰਮ ਗ੍ਰੰਥਾਂ ਵਿੱਚ ਭਰਮ ਲਿਖ ਕੇ ਮਾਰੇ ਅਤੇ ਲੋਕਾਂ ਨੂੰ ਪੂਜਾ ਦੇ ਨਾਮ 'ਤੇ ਧਰਮ ਦੇ ਨਾਮ 'ਤੇ ਧੋਖਾ ਦੇ ਕੇ ਠੱਗੀਆਂ ਮਾਰਦਾ ਹੈ। ਦਾਨ ਪੁੰਨ ਦੇ ਵਾਸਤੇ ਉਹ ਆਪਣਾ ਧਰਮ ਨੂੰ ਰੁਜ਼ਗਾਰ ਬਣਾ ਕੇ ਬੈਠਾ ਸੀ। ਜਿਹੜੇ ਭਰਮ ਬ੍ਰਾਹਮਣ ਨੇ ਪਾਲੇ ਸਨ ਕਿ ਇੱਕ ਮੇਰੀ ਧਰਮੀ ਹੋਣ ਦੀ ਪਹਿਚਾਣ ਆ, ਮੇਰੇ ਤੇੜ ਪਾਈ ਹੋਈ ਧੋਤੀ, ਮਸਤਕ ਲਾਇਆ ਟਿੱਕਾ ਤੇ ਗਲ ਪਾਇਆ, ਤੱਗ ਹੈ ਜਨੇਊ ਹੈ, ਮਹਾਰਾਜ ਕਹਿੰਦੇ ਇਹਦੀ ਕੋਈ ਅਹਿਮੀਅਤ ਨਹੀਂ ਹੈ। ਇਸ ਵਾਸਤੇ ਇਸ ਰਚਨਾ ਦਾ ਅੰਦਾਜ਼ਾ ਬ੍ਰਾਹਮਣ ਨਹੀਂ, ਉਹ ਪ੍ਰਮਾਤਮਾ ਹੀ ਜਾਣਦਾ ਹੈ ਕਿ ਸਹੀ ਰਚਨਾ ਦੀ ਗਿਣਤੀ ਮਿਣਤੀ ਕਿਤਨੀ ਮਹਾਨ ਹੈ। ਤੇ ਉਸ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਕੇਵਲ ਉਸ ਦੀ ਹੀ ਪੁਕਾਰ ਸੁਣੀ ਜਾਂਦੀ ਹੈ, ਜਿਹੜਾ ਉਸ ਵਾਹਿਗੁਰੂ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਉਹਦਾ ਨਾਮ ਸਿਮਰਦਾ ਹੈ। ਉਹਦੇ ਨਾਮ ਤੋਂ ਬਿਨਾਂ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਗੁਰਮੁਖ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਮੇਰੀਆਂ ਗਲਤੀਆਂ ਕਿਰਪਾ ਕਰਕੇ ਸੋਧ ਲੈਣਾ। ਜੇ ਕੋਈ ਸ਼ਬਦ ਸਹੀ ਕਹਿ ਗਿਆ ਹੋਵਾਂ ਤੇ ਦਾਸ ਨੂੰ ਆਪ ਪ੍ਰਵਾਨ ਕਰ ਲੈਣਾ। ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਜੀਤ ਸਿੰਘ ਗੁਰੂ ਕੀ ਵਡਾਲੀ, ਪ੍ਰਚਾਰਕ ਚੇਤਨਾ ਸਥਾਨ ਚੈਨਲ 'ਤੇ ਦਾਸ ਨੂੰ ਇਹ ਸੇਵਾ ਬਖਸ਼ੀ ਸੀ। ਤੁਸ਼ ਬੁੱਧੀ ਦੇ ਅਨੁਸਾਰ ਇਹ ਸੇਵਾ ਦਾਸ ਨੇ ਨਿਭਾਈ ਹੈ ਜੀ। ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।